ਤੇ ਅੱਜ ਬੰਗਲਾਦੇਸ਼ ਭਾਰਤ ਪਾਕਿਸਤਾਨ ਪੀਪਲਸ ਫੋਰਮ ਵੱਲੋਂ ਅੱਜ ਇੱਕ ਉਪਰਾਲਾ ਕੀਤਾ ਗਿਆ ਬੜਾ ਨਵੇਕਲਾ। ਇਹ ਪਹਿਲੀ ਵਾਰ ਹੈ ਸ਼ਾਇਦ ਕਿ ਡੇਰਾ ਬਾਬਾ ਨਾਨਕ ਦੇ ਇਸ ਕਰਤਾਰਪੁਰ ਕੋਰੀਡੋਰ ਦੇ ਉੱਤੇ ਵੀ ਮੋਮਬੱਤੀਆਂ ਜਗਾ ਕੇ ਤੇ ਇੱਕ ਸਾਂਝੀ ਵਾਲਤਾ ਦਾ ਇੱਕ ਸ਼ਾਂਤੀ ਦਾ ਜਿਹੜਾ ਸੰਦੇਸ਼ ਜਿਹੜਾ ਉਹ ਦਿੱਤਾ ਜਾ ਰਿਹਾ। ਤੁਹਾਡਾ ਅੱਜ ਦਾ ਇਹ ਮਕਸਦ ਕੀ ਆ, ਕਿਉਂਕਿ ਇਸ ਤੋਂ ਪਹਿਲਾਂ ਅਸੀਂ ਅਟਾਰੀ ਤੇ ਮੋਮਬੱਤੀਆਂ ਦਾ ਸਿਲਸਿਲਾ ਉੱਧਰੋਂ ਉੱਧਰ ਹੀ ਅਸੀਂ ਵੇਖਦੇ ਰਹੇ ਹਾਂ, ਤੇ ਤੁਸੀਂ ਡੇਰਾ ਬਾਬਾ ਨਾਨਕ ਬਾਰਡਰ ਦੇ ਉੱਤੇ ਵੀ ਇਹ ਕਰਤਾਰਪੁਰ ਕੋਰੀਡੋਰ ਤੇ ਸ਼ੁਰੂ ਕੀਤਾ ਅੱਜ, ਤੇ ਕੀ ਮੋਟਿਵ ਹੈ ਤੁਹਾਡਾ? के बाद हमने एक रिसर्च किया। रिसर्च करने के बाद हमने देखा कि ये सारा जो खेल है ये मल्टीनेशनल के ऊपर लगा हुआ है और हमारे देश को बेचने के लिए जा रहे हैं, चाहे सरकार वो अकाली दल की हो, चाहे सरकार वो कांग्रेस की हो, चाहे सरकार वो बीजेपी की हो। एक हिंदू ये एक ऐसा बयान दे रहा है, जीना मुश्किल कर देंगे ये आरएसएस वाले। ਅਸੀਂ ਕਰਤਾਰਪੁਰ ਸਾਹਿਬ ਇੱਥੇ ਆਏ ਆ ਤੇ ਇਹਦੇ ਚ ਦੋ ਅਸੀਂ ਮੁੱਖ ਮੰਗਾਂ ਰੱਖੀਆਂ ਨੇ ਕਿ ਇੱਕ ਜਿਹੜੀ ਪਾਸਪੋਰਟ ਹੈ, ਗਰੀਬ ਬੰਦਾ ਪਾਸਪੋਰਟ ਕੀ ਹੁੰਦਾ, ਆਧਾਰ ਕਾਰਡ ਨਹੀਂ ਬਣਦਾ। जितने भी मुद्दे हैं ये सारे के सारे 34,786 कानून आज गलत हैं। जवान आदमी ज़्यादा से ज़्यादा आधे घंटे में जा सकता है, तो गुरु घर के दर्शन करके आता है। $20 क्यों भाई? आप पाकिस्तान के 20 रुपये ले लो, हम दे देंगे। आपने $20 US लगाया। ना मैं किसी पॉलिटिकल पार्टी का दलाल हूं, ना मैं किसी पॉलिटिकल पार्टी का। ਸਾਧ ਸੰਗਤ ਜੀ, ਜਿਵੇਂ ਕਿ ਤੁਸੀਂ ਵੇਖ ਰਹੇ ਹੋ ਕਿ ਬੰਗਲਾਦੇਸ਼ ਭਾਰਤ ਪਾਕਿਸਤਾਨ ਪੀਪਲਸ ਫੋਰਮ ਵੱਲੋਂ ਅੱਜ ਇੱਥੇ ਬਿਲਕੁਲ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਉੱਤੇ ਇੱਕ ਇਹਨਾਂ ਦਾ ਬੜਾ ਨਵੇਕਲਾ ਜਿਹਾ ਇਹਨਾਂ ਨੇ ਇੱਕ ਪ੍ਰੋਗਰਾਮ ਰੱਖਿਆ। ਇਹ ਇੱਥੇ ਮਤਲਬ ਕੁਛ ਮੋਮਬੱਤੀਆਂ ਜਗਾ ਕੇ ਤੇ ਦੋਵਾਂ ਦੇਸ਼ਾਂ ਦੇ ਵਿੱਚ ਸਾਂਝੀ ਵਾਲਤਾ ਦਾ ਇੱਕ ਸੰਦੇਸ਼ ਜਿਹੜਾ ਉਹ ਲੈ ਕੇ ਇਹ ਜਿਹੜੀ ਆ ਟੀਮ ਪਹੁੰਚੀ ਹੋਈ ਆ, ਔਰ ਜਿਹਦੇ ਵਿੱਚ ਕੁਛ ਇਹਨਾਂ ਦੀਆਂ ਡਿਮਾਂਡਸ ਨੇ ਕਿ ਜਿਹੜਾ ਪਾਸਪੋਰਟ ਦੀ ਸ਼ਰਤ ਆ ਉਹ ਖਤਮ ਕੀਤੀ ਜਾਵੇ ਤੇ ਕਿਸੇ ਹੋਰ ਆਈਡੀ ਦੇ ਉੱਤੇ ਜਿਹੜੇ ਆ ਸ਼ਰਧਾਲੂਆਂ ਨੂੰ ਪਾਕਿਸਤਾਨ ਦੇ ਜਿਹੜੇ ਆ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਣਾ ਚਾਹੀਦਾ। ਜਿਹੜੀ $20 ਦੀ ਜਿਹੜੀ ਫੀਸ ਰੱਖੀ ਗਈ ਆ ਅਮਰੀਕਨ US ਦੀ, ਉਹ ਵੀ ਫੀਸ ਦੀ ਇਹਨਾਂ ਦੀ ਡਿਮਾਂਡ ਆ ਕਿ ਉਸ ਨੂੰ ਵੀ ਜਿਹੜਾ ਵਾ ਉਹ ਮਤਲਬ ਖਤਮ ਕੀਤਾ ਜਾਵੇ। ਸਾਧ ਸੰਗਤ ਜੀ, ਜਿਵੇਂ ਕਿ ਤੁਸੀਂ ਵੇਖ ਰਹੇ ਹੋ ਕਿ ਅਸੀਂ ਬਿਲਕੁਲ ਕਰਤਾਰਪੁਰ ਸਾਹਿਬ ਜਿਹੜਾ ਕੋਰੀਡੋਰ ਬਣਿਆ ਹੋਇਆ ਉਹਦੇ ਬਿਲਕੁਲ ਉਸ ਬਾਰਡਰ ਲਾਈਨ ਦੇ ਉੱਤੇ ਖੜ੍ਹੇ ਹਾਂ, ਔਰ ਹੁਣ ਤਾਂ ਲਾਂਘਾ ਖੁੱਲ੍ਹ ਚੁੱਕਾ ਹੈ। ਕਈ ਸਾਲਾਂ ਦੀਆਂ ਅਰਦਾਸਾਂ ਤੋਂ ਬਾਅਦ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਤੇ ਅੱਜ ਬੰਗਲਾਦੇਸ਼ ਭਾਰਤ ਪਾਕਿਸਤਾਨ ਪੀਪਲਸ ਫੋਰਮ ਵੱਲੋਂ ਅੱਜ ਇੱਕ ਉਪਰਾਲਾ ਕੀਤਾ ਗਿਆ ਬੜਾ ਨਵੇਕਲਾ। ਇਹ ਪਹਿਲੀ ਵਾਰ ਹੈ ਸ਼ਾਇਦ ਕਿ ਡੇਰਾ ਬਾਬਾ ਨਾਨਕ ਦੇ ਇਸ ਕਰਤਾਰਪੁਰ ਕੋਰੀਡੋਰ ਦੇ ਉੱਤੇ ਵੀ ਮੋਮਬੱਤੀਆਂ ਜਗਾ ਕੇ ਤੇ ਇੱਕ ਸਾਂਝੀ ਵਾਲਤਾ ਦਾ ਇੱਕ ਸ਼ਾਂਤੀ ਦਾ ਜਿਹੜਾ ਸੰਦੇਸ਼ ਜਿਹੜਾ ਉਹ ਦਿੱਤਾ ਜਾ ਰਿਹਾ। ਇਸ ਫੋਰਮ ਦੇ ਜਿਹੜੇ ਕੁਝ ਮੈਂਬਰਸ ਨੇ ਉਹਨਾਂ ਨਾਲ ਗੱਲ ਕਰਦੇ ਹਾਂ। ਸਰਦਾਰ ਜੀ, ਸਭ ਤੋਂ ਪਹਿਲਾਂ ਤੇ ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਹੈ ਜੀ ਗੁਰਮੀਤ ਸਿੰਘ ਜੱਜ, ਤੇ ਮੈਂ ਬੰਗਲਾਦੇਸ਼ ਭਾਰਤ ਪਾਕਿਸਤਾਨ ਪੀਪਲਸ ਫੋਰਮ ਦਾ ਜਿਹੜਾ ਪੰਜਾਬ ਦਾ ਸੇਵਾਦਾਰ ਹਾਂ, ਕਨਵੀਨਰ ਹਾਂ, ਤੇ ਸਾਊਥ ਏਸ਼ੀਆ ਯੂਥ ਫੋਰਮ ਦਾ ਵੀ ਇੰਡੀਆ ਚੈਪਟਰ ਦੇ ਜਿਹੜੇ ਸਾਡੀ ਟੀਮ ਹੈ ਉਹਦਾ ਮੈਂਬਰ ਹਾਂ। ਕੀ ਤੁਹਾਡਾ ਅੱਜ ਦਾ ਇਹ ਮਕਸਦ ਕੀ ਆ, ਕਿਉਂਕਿ ਇਸ ਤੋਂ ਪਹਿਲਾਂ ਅਸੀਂ ਅਟਾਰੀ ਤੇ ਮੋਮਬੱਤੀਆਂ ਦਾ ਸਿਲਸਿਲਾ ਉੱਧਰੋਂ ਉੱਧਰ ਹੀ ਅਸੀਂ ਵੇਖਦੇ ਰਹੇ ਹਾਂ, ਤੇ ਤੁਸੀਂ ਡੇਰਾ ਬਾਬਾ ਨਾਨਕ ਬਾਰਡਰ ਦੇ ਉੱਤੇ ਵੀ ਇਹ ਕਰਤਾਰਪੁਰ ਕੋਰੀਡੋਰ ਤੇ ਸ਼ੁਰੂ ਕੀਤਾ ਅੱਜ, ਤੇ ਕੀ ਮੋਟਿਵ ਹੈ ਤੁਹਾਡਾ? ਇਹ ਸਾਡਾ ਮੋਟਿਵ ਇਹ ਹੈ ਜੀ, ਜਿਹੜੇ ਦੂਸਰੇ ਕਰਦੇ ਰਹੇ ਨੇ, ਜਿਹੜੇ ਹਿੰਦੁਸਤਾਨ ਪਾਕਿਸਤਾਨ ਦੋਸਤੀ ਮੰਚ ਵਾਲੇ ਨੇ, ਉਹ ਸਾਰਾ ਅਸੀਂ ਉਹਨਾਂ ਨੂੰ ਸਲਾਮ ਕਰਦੇ ਹਾਂ, ਜੀ ਆਇਆਂ ਕਹਿੰਦੇ ਹਾਂ। ਪਰ ਅਸੀਂ ਇਹ ਸੋਚਿਆ ਸੀ ਕਿ ਅਸੀਂ ਜਿਹੜੀ ਇਤਿਹਾਸਕ ਥਾਵਾਂ ਨੇ, ਜਿਵੇਂ ਹੁਸੈਨੀ ਵਾਲਾ ਸਾਡੇ ਜਿਹੜੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੇ, ਜਿਹੜੇ ਸਾਡੇ ਸਾਂਝੇ ਸ਼ਹੀਦ ਨੇ, ਤੇ ਜਿਨ੍ਹਾਂ ਦੇ ਸਾਥੀ ਸੀ ਜਿਹੜੇ ਅਸ਼ਫਾਕੁੱਲਾ ਖਾਨ ਵਰਗੇ, ਬਾਬਾ ਰਹਿਮਤ ਅਲੀ ਵਜੀਦ ਕੇ ਵਰਗੇ, ਬਈ ਉਹਨਾਂ ਦੇ ਜਿਹੜੇ ਸਾਂਝੀ ਵਿਰਾਸਤ ਹੈ ਉੱਥੋਂ ਸ਼ੁਰੂ ਕਰੀਏ। ਤੇ ਫਿਰ ਅਸੀਂ ਜਦੋਂ ਡੂੰਘਾਈ ਨਾਲ ਸੋਚਿਆ ਤਾਂ ਇਹਦਾ ਮਕਸਦ ਇੱਥੇ ਗੱਲ ਬਣੀ ਕਿ ਸਾਡੇ ਹੁਸੈਨੀ ਵਾਲੇ ਇੱਕ ਅੰਗਰੇਜ਼ ਆਏ ਸੀ, ਉਹਨਾਂ ਨੇ ਮੇਰੀ ਇੰਟਰਵਿਊ ਕੀਤੀ, ਤਾਂ ਉਹਨਾਂ ਨੇ ਫਿਰ ਜਦੋਂ ਉਹਨਾਂ ਨੇ ਇਤਿਹਾਸ ਬਾਰੇ ਸੁਣਿਆ, ਮੇਰੇ ਨਾਲ ਗੱਲਬਾਤ ਕੀਤੀ, ਤਾਂ ਉਹ ਫਿਰ ਉਹਨਾਂ ਨੇ ਖੁਦ ਇਹ ਸਵਾਲ ਕੀਤਾ ਕਿ ਇਹਦਾ ਮਤਲਬ ਓਰੀਜਨ ਆਫ ਸ਼ਹੀਦ ਆਜ਼ਮ ਭਗਤ ਸਿੰਘ ਇਸ ਸ੍ਰੀ ਗੁਰੂ ਨਾਨਕ ਦੇਵ ਜੀ, ਕਿ ਜਿਹੜੀ ਇਹ ਸਪਿਰਿਟ ਹੈ ਤਾਂ ਬਾਬੇ ਨਾਨਕ ਤੋਂ ਗੁਰੂ ਗੋਬਿੰਦ ਸਿੰਘ, ਬੰਦਾ ਬਹਾਦਰ, ਗਦਰੀ ਬਾਬੇ, ਬੱਬਰ ਅਕਾਲੀ, ਕਰਤਾਰ ਸਰਾਭਾ ਤੋਂ ਹੁੰਦੀ ਹੋਈ ਊਧਮ ਸਿੰਘ ਤੇ ਭਗਤ ਸਿੰਘ ਤੱਕ ਪਹੁੰਚੀ ਹੈ। ਤਾਂ ਅਸੀਂ ਸੋਚਿਆ ਵੀ ਇਹ ਜਿਹੜਾ ਮੁੱਢ ਆ ਬਾਬੇ ਨਾਨਕ ਦੀ ਸੋਚ ਦਾ, ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਬਾਹਰਾ ਜੀਓ, ਤੇ ਜਿਹੜੇ ਭਗਤ ਸਿੰਘ ਨੇ ਇਨਕਲਾਬ ਦਾ ਨਾਰਾ ਲਾਇਆ ਉਹਦਾ ਵੀ ਮਤਲਬ ਸੀ ਕਿ ਪੂਰੀ ਦੁਨੀਆ ਦੇ ਵਿੱਚ ਜੋ ਵੀ ਕੋਈ ਉਤਪਾਦਨ ਹੈ, ਜੋ ਵੀ ਪੈਦਾਵਾਰ ਹੁੰਦੀ ਹੈ, ਉਹਨੂੰ ਮਾਣਨ ਦਾ ਸਾਰਿਆਂ ਨੂੰ ਹੱਕ ਮਿਲੇ, ਉਹਨੂੰ ਮਾਣਨ ਦਾ, ਖਾਣ ਦਾ ਸਾਰਿਆਂ ਨੂੰ ਹੱਕ ਮਿਲੇ, ਉਹਨੂੰ ਇੰਜੋਏ ਕਰਨ ਦਾ ਹੱਕ ਮਿਲੇ। ਤਾਂ ਇਹ ਬਾਬੇ ਨਾਨਕ ਦੀ ਸੋਚ ਹੈ ਜਿਹੜੀ, ਉਹੀ ਭਗਤ ਸਿੰਘ ਦੀ ਸੋਚ ਹੈ। ਤਾਂ ਅਸੀਂ ਇਹ ਜਿਹੜਾ ਮਕਸਦ ਲੈ ਕੇ ਕਿ ਮੁੜ ਤੋਂ ਅਸੀਂ ਸ਼ੁਰੂ ਕਰੀਏ, ਤੇ ਅੱਜ ਅਸੀਂ ਕਰਤਾਰਪੁਰ ਸਾਹਿਬ ਇੱਥੇ ਆਏ ਹਾਂ, ਤੇ ਇਹਦੇ 'ਚ ਦੋ ਅਸੀਂ ਮੁੱਖ ਮੰਗਾਂ ਰੱਖੀਆਂ ਨੇ ਕਿ ਇੱਕ ਜਿਹੜੀ ਪਾਸਪੋਰਟ ਹੈ, ਗਰੀਬ ਬੰਦਾ ਪਾਸਪੋਰਟ ਕੀ ਹੁੰਦਾ, ਆਧਾਰ ਕਾਰਡ ਨਹੀਂ ਬਣਦਾ, ਗਰੀਬ ਬੰਦੇ ਨੂੰ ਕੁਛ ਲੱਭਦਾ ਹੀ ਨਹੀਂ।
ਤੇ ਦੂਸਰੀ ਗੱਲ ਜੇ ਲੱਭ ਵੀ ਜਾਵੇ ਤੇ ਉਹਦੇ ਇੰਨੇ ਗੇੜੇ ਲੱਗ ਜਾਂਦੇ ਆ, ਪਾਸਪੋਰਟ ਬਣਾਉਣ, ਫੋਟੋਆਂ ਖਿਚਾਉਣ, ਇਨਕੁਆਰੀਆਂ ਕਰਾਉਣ, ਤੇ ਉਹ ਬੰਦਾ ਸਾਰੀ ਉਮਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਦਾ। ਦੂਜੇ ਪਾਸੇ ਜਿਹੜਾ ਫੀਸ ਰੱਖੀ ਹੈ ਪਾਕਿਸਤਾਨ ਨੇ, ਉਹਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਭਾਵੇਂ ਤੁਹਾਡੀ ਇਕਨੋਮੀ ਮਾੜੀ ਹੋਵੇ, ਜਿਵੇਂ ਮਰਜ਼ੀ ਹੋਵੇ, ਇਹ ਵੀਜ਼ਾ ਫੀਸ ਜਿਹੜੀ ਤੁਸੀਂ ਵੀ ਫ੍ਰੀ ਕਰੋ, ਤੇ ਭਾਰਤ ਸਰਕਾਰ ਵੀ ਕਿਸੇ ਆਇਡੈਂਟੀ ਕਾਰਡ ਦੇ ਆਧਾਰ ਤੇ ਜਾਂ ਆਧਾਰ ਕਾਰਡ ਤੇ, ਕਿਸੇ ਵੀ ਸ਼ਨਾਖਤੀ ਕਾਰਡ ਤੇ ਇਹ ਲੋਕਾਂ ਨੂੰ ਜਾਣ ਦੀ ਇਜਾਜ਼ਤ ਦੇਵੇ, ਤਾਂ ਕਿ ਗਰੀਬ ਮਜ਼ਦੂਰ ਕਿਰਤੀ ਲਾਲੋ ਜਿਹੜਾ ਬਾਬੇ ਦੇ ਖੇਤਾਂ ਨੂੰ ਨਤਮਸਤਕ ਹੋਣਾ ਚਾਹੁੰਦਾ ਹੈ, ਬਾਬੇ ਦੀ ਸੋਚ ਨੂੰ ਸਲਾਮ ਕਰਨਾ ਚਾਹੁੰਦਾ ਹੈ, ਉਹ ਉੱਥੇ ਜਾ ਸਕੇ। ਇਹ ਸਾਡੀ ਮੁੱਖ ਮੰਗ ਹੈ। ਬਹੁਤ ਧੰਨਵਾਦ ਜੀ। ਤੁਸੀਂ ਵੀ ਇਸੇ ਫੋਰਮ ਦੇ ਮੈਂਬਰ ਹੋ ਜੀ, ਤੁਸੀਂ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ? देखिए, अभी पिछले दिनों जो किसानों का आंदोलन हुआ हरियाणा और पंजाब से, 32 जत्थेबंदियाँ थी पंजाब की और हरियाणा की 17 जत्थेबंदियाँ, हमारा उसके अंदर बहुत बड़ी भूमिका थी उसके अंदर। तो हम हरियाणा से हैं। उससे पहले अगर जाए तो 32 साल पहले यहाँ से अजमेर सिंह लखोवाल होते थे, और यूपी के अंदर महेंद्र सिंह टिकैत हुआ करते, प्रोफेसर नजम स्वामी हुआ करते थे साउथ से, शरद जोशी थे महाराष्ट्र से। उन दौरान जो भोपाल गैस त्रासदी हुई तो उसके अंदर जो उनको उसके जो चीफ थे जनरल, जैसे वो हुआ तो उसको भगाया गया। उसके बाद हमने एक रिसर्च किया, रिसर्च करने के बाद हमने देखा कि ये सारा जो खेल है ये मल्टीनेशनल के ऊपर लगा हुआ है और हमारे देश को बेचने के लिए जा रहे हैं। चाहे सरकार वो अकाली दल की हो, चाहे सरकार वो कांग्रेस की हो, चाहे सरकार वो बीजेपी की हो। तो हमारे अध्ययन के बाद हमने ये देखा कि देश के अंदर एक सच्चे भगत सिंह, असफुल्ला खान, शहीद आजम राजगुरु, चंद्रशेखर आज़ाद, ऐसे कुछ साथियों की ज़रूरत है। तो हमने पूरे हिंदुस्तान के अंदर अपना नौकरी छोड़ के, अपना परिवार छोड़ के इस देश के लिए लग गए कि गांव-गांव जाएंगे, हर व्यक्ति को मिलेंगे, हर किसान को मिलेंगे। तो वो एक्सपेरिमेंट हमने उन 5 नेताओं को उस वक्त इलाहाबाद में बुला के हमने उनको कन्विंस करा के बताया था, जिसके बाद सच्चाई तो ये है, पाँचों के पाँचों ने गद्दारी किया। मैं खुल के कहना चाहता हूँ इस बात को, क्योंकि देश के किसान को ये पता लगे। उसके बाद जो एक्सपेरिमेंट 32 साल के बाद हुआ, पंजाब की 32 जत्थेबंदी और हरियाणा की, वो बॉर्डर हम लोगों ने खोला। किसी को कोई ताकत नहीं थी। हमने उनको शुरू में कहा कि गांव-गांव जाएंगे, अब तहसील तहसील जाएंगे। जितने भी मुद्दे हैं ये सारे के सारे 34,786 कानून आज गलत हैं, जिनकी कोई व्यवस्था नहीं है, जिसके अंदर ये पासपोर्ट वीज़ा की भी बात आती। अभी देखिए कॉरिडोर बनाया गया, कॉरिडोर का माने क्या है? बरामदा। आपने कॉरिडोर बना दिया, बरामदा बना दिया, तो 4.10 मीटर है ये, 4 किलोमीटर 0.10, तो आदमी 2 घंटे में, बुढ़े से बुढ़ा आदमी जा सकता है, जवान आदमी ज़्यादा से ज़्यादा आधे घंटे में जा सकता है। तो गुरु घर के दर्शन करके आता है। $20 क्यों भाई? आप पाकिस्तान के 20 रुपये ले लो, हम दे देंगे। आपने $20 US लगाया, तो आप लोग हमारे गुरु घर का सौदा करो। 20 रुपये में आज तक लंगर फ्री चल रहा है पूरी दुनिया के अंदर। जो किसान आंदोलन में चला, पूरी दुनिया के अंदर ये सिख इतिहास के अंदर ये पहला लिखा गया। और हमारे दसम पिता श्री गुरु गोविंद सिंह साहब ने अपने पिता को वार दिया, अपने 4 साहबजादों को वार दिए। तो जो हिंदू समाज है, हम उनको भी एक संदेश देना चाहते हैं इस भारत बांग्लादेश पाकिस्तान पीपल फ्रंट के संयोजक होने के नाते, कि अभी पानीपत के अंदर जो समझौता एक्सप्रेस के अंदर ब्लास्ट हुआ, तो हम वहाँ थे, उस वक्त मौजूद थे। उसके अंदर रात को हमारा ड्यूटी था वहाँ पर। तो वो किन्होंने किया? सिखों ने तो किया नहीं। तो हिंदू को जिन्होंने किया उनको आतंकवादी क्यों नहीं किया गया? हमारा सवाल है ये हिंदू संगठनों से। उसके बाद अजमेर शरीफ के अंदर हुआ, अजमेर शरीफ के अंदर किन्होंने किया? तो उनको आतंकवादी क्यों नहीं घोषित किया गया? क्या कारण है? तीसरा गोधरा कांड हुआ, गोधरा कांड का हुआ, वो किन्होंने किया? उसको दिलाया गया, तो उनको आतंकवादी क्यों नहीं कहा गया? उनको देश का गद्दार क्यों नहीं किया गया? एक हिंदू ये एक ऐसा बयान दे रहा है, जीना मुश्किल कर देंगे ये RSS वाले। देखिए सुनिए, राजकुमार भारत ना किसी RSS से डरता है, ना किसी बीजेपी से डरता है, ना मैं किसी पॉलिटिकल पार्टी का दलाल हूँ, ना मैं किसी पॉलिटिकल पार्टी का। हमने उन शहीदों को पढ़ा है, और उन शहीदों को पढ़ करके हम उनकी संतान हैं, जो पहला पुत्र अपना गुरुद्वारा के अंदर, हरमंदिर साहब के अंदर, जिन्होंने अपने हमारे माता पिता ने बड़ा पुत्र होने के नाते हमें वार दिया था। तो हम उस गुरु घर के सेवक हैं, उस गुरु के दास हैं, जो 1.25 लाख से एक लड़ाऊँ तो मैं अपना गुरु गोविंद नाम कहूँ। तो पटना से, पटना की बेटी आई हैं बिहार से, शीलम, जिन्होंने मोदी को आज तक घुसने नहीं दिया। 2.25 एकड़ ज़मीन उन्होंने कब्जा करने की कोशिश कर रहे हैं। हमने 15 अगस्त का समय दिया था कि 15 अगस्त तक हमने एक दिन का मौन रखा था वहाँ पे, गांधी जी की शहादत के दिन के। तो गांधी संस्थान है, इसलिए हमने उनको दिन चुना कि उनको शहादत हुई, तो हमने उनको कहा कि इनको 15 अगस्त तक कम कर दीजिए। उसके बाद पाकिस्तान भारत पीपल फ्रंट का ये उपराला आया कि हमने कहा कि हमारे देश का जवान, क्योंकि हम तो जानते हैं कि कितना बनता है, पासपोर्ट बनाने में कितनी दिक्कतें हैं। एक आदमी के ऊपर 10,000 रुपये खर्चा आएगा, उसके चक्कर लगेंगे अलग, उसकी दिहाड़ियाँ टूटेंगी अलग।
और $20 का खर्चा अलग। तो गुरु घर के दर्शन करने के लिए हमारी अरदास होती है कि हमारे सभी गुरु घरों के दर्शनों के लिए खुले दीदार हों। तो उस दीदार की जिसके हम बरसों से करते आ रहे हैं, अगर पाकिस्तान गवर्नमेंट ने, इमरान खान ने वो कॉरिडोर बनाया, तो उसको बनाने के बाद वो बनाया तो उसके अंदर उसको खोलते क्यों नहीं है वो? अगर सारे हमारे सिख भाई जाएंगे, नॉन सिख साझेदारी जो जाएंगे, तो उनकी इकोनॉमी को फायदा होगा। हमारे यहाँ से जाएंगे, उनका सामान खरीदेंगे, उनको अगर चाहिए तो हम उनको वैसे दे देंगे पैसे उनको। हमारी कौम जो है, जो साझेदारी कौम है, जो बाबे नानक के जो चलाए हुए जो पंथ के जो 10वें गुरु के बाद गुरु 11वें गुरु ग्रंथ साहब के जो अनुयायी हैं, वो इतना रुपया पाकिस्तान को दे देंगे कि वो संभाल भी नहीं पाएंगे। लेकिन हम $20 की शर्त नहीं देंगे और ना ही हम पासपोर्ट वीज़ा की शर्त को मानेंगे। हमारे गुरुओं के घर दर्शन करने के लिए खुले दर्शन के दीदार हमें चाहिए और हम लोग जाएंगे। और गुरु नानक देव जी के जन्मदिन के ऊपर हम लोग हरमंदिर साहब से पैदल यात्रा करेंगे और पाकिस्तान तक जाएंगे। अगर पाकिस्तान की गवर्नमेंट, हिंदुस्तान की गवर्नमेंट हमें गिरफ्तार करना चाहती है तो हम वो गिरफ्तारी देने के लिए तैयार हैं। हम आज यहाँ से ऐलान करते हैं, ये मोमबत्ती बाल करके, कि 14 अगस्त को पाकिस्तान आज़ाद हुआ था। हम पाकिस्तान की सरकार से, पाकिस्तान के प्राइम मिनिस्टर साहब से हम ये गुजारिश करते हैं कि पाकिस्तान के प्राइम मिनिस्टर साहब, आप हमारे सिख भाइयों को, साझेदारियों को, गुरु घर के दास को आप एक उपकार कीजिए, क्योंकि आप हमारे छोटे भाई हैं। हमारे से पंजाब से अलग हुए, महाराजा रणजीत सिंह का राज था तो भी हमारे थे। तो हम चाहते हैं कि ये बॉर्डर खुलें। और अभी और भी बहुत से देशों ने, अभी हिंदुस्तान पाकिस्तान पीपल्स फ्रंट बना है ये, उसके बाद भूटान वालों ने हमसे कहा और नेपाल वाले भी हमारे संपर्क में हैं। तो उन्होंने कहा कि हमको भारत जी इस फोरम के अंदर शामिल कीजिए। जब यूरोप के अंदर ऐसे कंट्री हैं जिनके अंदर पूरा यूरो चलता है, उनके कंट्रियों में आना जाना फ्री है, नेपाल के अंदर हम फ्री जा सकते हैं, तो पाकिस्तान के अंदर और बांग्लादेश के अंदर हम बिना पासपोर्ट वीज़ा के क्यों नहीं जा सकते? तो कोई भी आइडेंटिटी कार्ड है, कोई भी आइडेंटिटी कार्ड चल सकता है, आधार कार्ड चल सकता है, ड्राइविंग लाइसेंस चल सकता है, या किसी गांव के सरपंच से, उसके मोहतर से, एमसी से मोहर लगा करके उसकी आइडेंटिटी बना करके उसको दर्शन के दीदार की इजाज़त दी जानी चाहिए। तो हमारी पाकिस्तान गवर्नमेंट से और हिंदुस्तान की गवर्नमेंट से यही गुजारिश है। हमारा शांतिमय तरीके से ये कैंडल मार्च था, मोमबत्ती दीवा बाल करके हमने अरदास की है उस गुरु घर से, अपने मालिक से, पिता परमात्मा से, कि हमारे ऊपर कृपा कीजिए, उनके ऊपर कृपा कीजिए, सद्बुद्धि दीजिए उनको, उन सरकारों को, कि वो ये रास्ता खोल दें और हमारे सभी भाई बहन, हमारे बेटे बेटियां मुफ्त में जा कर के गुरु घर के दर्शन कर सकें। इन्हीं के साथ वाहिगुरू जी का खालसा, वाहिगुरू जी की फतेह। ਇਸ ਸਨ ਜੀ ਰਾਜਕੁਮਾਰ ਜੀ, ਜਿਨ੍ਹਾਂ ਨੇ ਬਹੁਤ ਹੀ ਖੁੱਲ੍ਹਦਿਲੀ ਨਾਲ ਤੇ ਬੜੀ ਬੇਬਾਕੀ ਦੇ ਨਾਲ ਜਿਹੜੀ ਆ ਉਹ ਸਾਰੀ ਗੱਲ ਕੀਤੀ ਆ। ਔਰ ਇੱਕ ਗੱਲ ਬੜੀ ਖੂਬਸੂਰਤ ਉਹਨਾਂ ਕੀਤੀ ਆ कि कंपल्शन लाओगे, पाबंदी लाओगे $20 की, तो वो हम नहीं देंगे। वहाँ जाके हम हज़ारों रुपए भी खर्च सकते हैं, पाकिस्तान को दे सकते हैं। तो ये उनको एक लगता है कि पाबंदी जो है वो नहीं लगनी चाहिए। तो हमारे ये बोला था कि एक बहन जी हैं जो बिहार से, शीलम जी बिहार से आई हैं जी। आप इसी फोरम की मेंबर हैं? हाँ, भारत बांग्लादेश पाकिस्तान पीपल्स फोरम की मेंबर हूँ और जॉइंट कन्वीनर हूँ और सर्व सेवा संघ गांधी संस्थान की प्रबंधक हूँ अभी। और मित्रता, भाईचारा, बंधुत्व बना रहे, एक समतामूलक समाज के ऊपर मैं काम भी कर रही हूँ, जो उसकी कल्पना ग्राम स्वराज के ऊपर मैं काम कर रही हूँ। तो इस भारत पाकिस्तान बांग्लादेश पीपल्स फोरम का ये जो कॉरिडोर खोलने का, और आम जनता जो है, आम जन नागरिक जो गरीब है, जो 10,000 रुपये का खपत करके 4 किलोमीटर की दूरी तय करके अरदास करने के लिए अपने गुरुद्वार में आए और उसके लिए बाध्य है $10,000 देने के, 10,000 रुपये का। आपको नहीं लगता कि कि ये बाध्यता खत्म हो जानी चाहिए और खुले दरबार में उनको आने का इजाज़त दे? ये दोनों सरकार, लगता नहीं है कि पाकिस्तान ने बहुत बड़ा दिल दिखाया ये कॉरिडोर खोल के? क्योंकि ये इतना आसान नहीं था पाकिस्तान गवर्नमेंट के लिए। बहुत से लोग वहाँ थे जो इस चीज़ का विरोध कर रहे थे। हर अच्छे काम का मतलब मैं सराहना करती हूँ, लेकिन जो अभी बंदिश है, जो बाध्यता है कि एक आम जन नागरिक को 10,000 रुपये का वीज़ा के लिए अगर खर्च करना पड़े, उसकी बोझ के तले वो दब जाता है। वीज़ा की तो ज़रूरत नहीं पड़ती, खैर वो एक आइडेंटिटी के रूप में पासपोर्ट को लेते हैं। तो पासपोर्ट बनाने के लिए खर्च होता है, तो वीज़ा को फ्री किया, पासपोर्ट बनाने में खर्च। लेकिन मुझे लगता है जैसे भारत नेपाल का जो सौहार्दपूर्ण संबंध बना है, वैसे ही मेरे बांग्लादेश और भारत और पाकिस्तान का भी होना चाहिए फ्री, क्योंकि हम लोग एक ही हिस्सा हैं, कल को बटे थे आज। लेकिन कम से कम अरदास करने के लिए, गुरु घर में आने के लिए कम से कम ये बाध्यता को ख़त्म कर देनी चाहिए। दोनों सरकार से ये अपील है, शांतिमय तरीके से दिया मोमबत्ती जला के। और यही और जो मेरे
मतलब प्रमुख ने सब कुछ कह डाला, मेरे कहने के लिए कुछ बचता नहीं है, लेकिन फिर भी मैं उत्साह में उत्सुकता में पता नहीं क्या क्या बोल गई, कोई बात नहीं। ਬਹੁਤ ਸਹੀ ਥੈਂਕ ਯੂ ਜੀ ਬਹੁਤ ਮਿਹਰਬਾਨੀ ਸਾਧ ਸੰਗਤ ਜੀ ਇਸ ਵਕਤ ਸਾਡੇ ਨਾਲ ਨੇ ਜੀ ਮਦਨ ਲਾਲ ਨਰੂਲਾ ਜਿਹੜੇ ਕਿ ਪਿਛਲੇ 136 ਅੱਜ 137ਵਾਂ ਦਿਨ ਹੈ ਲਗਾਤਾਰ ਉੱਥੇ ਭੁੱਖ ਹੜਤਾਲ ਤੇ ਬੈਠੇ ਨੇ ਡੇਰਾ ਬਾਬਾ ਨਾਨਕ ਦੇ ਮਹਾਰਾਜਾ ਰਣਜੀਤ ਸਿੰਘ ਚੌਂਕ ਦੇ ਵਿੱਚ। ਇਹਨਾਂ ਦੀ ਡਿਮਾਂਡ ਵੀ ਇਹੀ ਹੈ ਕਿ ਪਾਕਿਸਤਾਨ ਨੂੰ ਜਾਣ ਵਾਲਾ ਜਿਹੜੀ ਇਹ ਕੋਰੀਡੋਰ ਬਣਿਆ ਇਹਦੇ ਵਿੱਚ ਇਹ ਜਿਹੜੀ ਆ $20 ਦੀ ਫੀਸ ਖਤਮ ਹੋਣੀ ਚਾਹੀਦੀ ਹੈ ਤੇ ਜਿਹੜੀ ਇੱਕ ਪਾਸਪੋਰਟ ਦੀ ਸ਼ਰਤ ਰੱਖੀ ਆ ਤੇ ਉਹ ਵੀ ਖਤਮ ਹੋਣੀ ਚਾਹੀਦੀ ਤਾਂ ਕਿ ਆਮ ਲੋਕ ਵੀ ਜਿਹੜੇ ਆ ਇਹ ਛੋਟੀ ਮੋਟੀ ਕਿਸੇ ਹੋਰ ਆਇਡੈਂਟੀਟੀ ਦੇ ਉੱਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਜਾ ਕੇ ਉਹ ਕਰ ਸਕਣ। ਇਹਨਾਂ ਨਾਲ ਗੱਲ ਕਰਦੇ ਮਦਨ ਲਾਲ ਜੀ 136 37 ਦਿਨ ਤੋਂ ਤੁਸੀਂ ਉੱਥੇ ਬੈਠੇ ਹੋ। ਜੀ ਹਾਂ, ਮੈਂ ਵਾਹਿਗੁਰੂ ਪਹਿਲਾਂ ਸਭ ਤੋਂ ਪਹਿਲਾਂ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਗੁਰੂ ਸਾਹਿਬ ਤੋਂ ਜ਼ਿਲ੍ਹਾ ਫਿਰੋਜ਼ਪੁਰ ਤੋਂ ਆ ਕੇ ਮੇਰਾ ਨਾਮ ਮਦਨ ਲਾਲ ਨਰੂਲਾ ਹੈ ਤੇ ਮੇਰਾ ਅੰਦੋਲਨ ਸੀ ਭਾਰਤ ਪਾਕਿਸਤਾਨ ਬੰਗਲਾਦੇਸ਼ ਏਕੀਕਰਨ ਅੰਦੋਲਨ। ਉਹਦੇ ਤਹਿਤ ਮੈਂ ਆ ਕੇ 2 ਸਾਲ ਪਹਿਲਾਂ ਹੀ ਆਉਣਾ ਸੀ, ਪਰ 2 ਸਾਲ ਪਹਿਲਾਂ ਉਹ ਕਰੋਨਾ ਹੋਣ ਕਰਕੇ ਤੇ ਲਾਕਡਾਊਨ ਲੱਗਣ ਕਰਕੇ ਤੇ ਮੈਂ ਨਹੀਂ ਆਇਆਗਾ। 2 ਸਾਲ ਦਾ ਬਾਅਦ ਫਿਰ ਮੈਂ ਆਪਣੇ ਲੈਟਰ ਕੱਢੇ ਨੇ ਪ੍ਰਧਾਨ ਮੰਤਰੀ ਜੀ ਨੂੰ, ਵਿਦੇਸ਼ ਮੰਤਰੀ, ਗ੍ਰਹਿ ਮੰਤਰੀ, ਪਾਕਿਸਤਾਨ ਸਰਕਾਰ, ਦੂਜੀਆਂ ਸਰਕਾਰਾਂ ਨੂੰ ਜਿਹੜੇ 5 ਵੀਟੋ ਪਾਵਰ ਦੇਸ਼ ਨੇ ਪੂਰੇ ਦੇ ਪੂਰੇ ਵਰਲਡ ਨੂੰ ਮੈਂ ਆਪਦਾ ਲੈਟਰ ਭੇਜਤੇ ਸੀ, ਸੈੱਟ ਬਣਾ ਕੇ ਭੇਜੇ ਨੇ। ਤੇ ਮੈਂ ਉਹਨਾਂ 'ਚ ਇਹ ਮੰਗ ਰੱਖੀ ਸੀ ਕਿ ਜਿਹੜਾ ਪਾਕਿਸਤਾਨ ਦੇ ਵਿਚਲਾ ਗੁਰਦੁਆਰਾ ਕਰਤਾਰਪੁਰ ਸਾਹਿਬ ਹੈਗਾ ਉਹਦੇ ਜਾਣ ਵਾਸਤੇ ਸ਼ਰਧਾਲੂਆਂ ਕੋਲੋਂ ਪਾਸਪੋਰਟ ਦੀ ਸ਼ਰਤ ਖਤਮ ਕੀਤੀ ਜਾਏ। ਸਭ ਗਰੀਬ ਅਮੀਰ ਸਾਰੇ ਦਰਸ਼ਨ ਕਰਕੇ ਆਉਣ, ਕਿਉਂਕਿ ਹੁਣ ਸਮਰਥਾ ਵਾਲਾ ਤਾਂ ਉੱਥੇ ਦਰਸ਼ਨ ਕਰਕੇ ਆ ਜਾਂਦਾ, ਜਿਹੜਾ ਗਰੀਬ ਬੰਦਾ ਉਹ ਦਰਸ਼ਨ ਨਹੀਂ ਕਰ ਸਕਦਾਗਾ, ਕਿਉਂਕਿ ਉਹਦੀ ਮਨ ਦੀ ਅਭਿਲਾਸ਼ਾ ਫਿਰ ਮਨ ਦੇ ਵਿੱਚ ਰਹਿ ਜਾਂਦੀ। ਦੂਸਰਾ $20 ਦੀ ਸ਼ਰਤ ਉਹ ਵੀ ਖਤਮ ਕੀਤੀ ਜਾਏ ਤੇ ਉਹ ਜਾਇਜ਼ ਨਹੀਂ ਗਈ, ਕਿਉਂਕਿ ਇਹ ਗੁਰਦੁਆਰੇ ਕਿਸੇ ਧਾਰਮਿਕ ਸਥਾਨ ਦਾ ਵਪਾਰ ਨਹੀਂ ਕੀਤਾ ਜਾਂਦਾਗਾ। ਤੁਸੀਂ 136 37 ਦਿਨ ਤੋਂ ਉੱਥੇ ਬੈਠੇ ਹੋ। 135 ਦਿਨ 135 ਦਿਨ ਹੋ ਗਿਆ। 135 ਦਿਨਾਂ ਦੇ ਵਿੱਚ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੁਹਾਡੇ ਕੋਲ ਆਇਆ, ਤੁਹਾਡੀ ਗੱਲਬਾਤ ਸੁਣ ਲਈ ਵੀ ਤੁਸੀਂ ਕਿਸ ਮਕਸਦ ਲਈ ਬੈਠੇ ਹੋ? ਨਾ ਜੀ, ਪ੍ਰਸ਼ਾਸਨ ਦਾ ਕੋਈ ਅਧਿਕਾਰੀ ਮੇਰੇ ਕੋਲ ਨਹੀਂ ਆਏਗਾ, ਕੋਈ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਆਏਗਾ। ਕਿੰਨੀ ਉਮਰ ਹੈ ਤੁਹਾਡੀ? ਮੇਰੀ ਉਮਰ 77 ਸਾਲ ਹੈ। 77 ਸਾਲ ਦਾ ਇੱਕ ਬਜ਼ੁਰਗ 135 36 ਦਿਨ ਤੋਂ ਗਰਮੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਚੌਂਕ ਦੇ ਉੱਤੇ ਇੱਕ ਮੰਗ ਰੱਖ ਕੇ ਬੈਠਾ ਹੈ। ਪੂਰੀ ਦੁਨੀਆ ਨੂੰ ਪਤਾ ਹੈ, ਪ੍ਰੈਸ ਦੇ ਵਿੱਚ ਗੱਲਾਂ ਬਾਤਾਂ ਦਾ ਸਾਰਾ ਇਹਨਾਂ ਦਾ ਚਰਚਾ ਹੋ ਰਿਹਾ ਔਰ ਕਿੰਨੀ ਸੰਵੇਦਨਹੀਨ ਹੋ ਗਏ ਨੇ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਕਿ ਕਿਸੇ ਵੀ ਜ਼ਿੰਮੇਵਾਰ ਅਧਿਕਾਰੀ ਨੇ ਆ ਕੇ ਇਹ ਜ਼ਰੂਰੀ ਨਹੀਂ ਸਮਝਿਆ ਕਿ ਇਸ ਬਜ਼ੁਰਗ ਦੀ ਗੱਲ ਸੁਣੀਏ ਵੀ ਕੀ ਚਾਹੁੰਦੇ ਹੋ ਬਜ਼ੁਰਗੋ, ਤੁਸੀਂ ਕੀ ਤੁਹਾਡੀ ਡਿਮਾਂਡ ਆ। ਉਹ ਕੋਈ ਉਹਨਾਂ ਕੋਲੋਂ ਲੈ ਲੈਂਦੇ, ਕੋਈ ਐਸਾ ਮੈਮੋਰੈਂਡਮ ਲੈਂਦੇ, ਕੋਈ ਐਸਾ ਉਹਨਾਂ ਨੂੰ ਕੋਲੋਂ ਲੈਟਰ ਲੈ ਕੇ ਪ੍ਰਧਾਨ ਮੰਤਰੀ ਤੱਕ ਇਹਨਾਂ ਦੀ ਜਿਹੜੀ ਮੰਗ ਪਹੁੰਚਾਉਂਦੇ। ਤੇ ਇਸ ਗੱਲ ਦਾ ਤੁਹਾਨੂੰ ਲੱਗਾ ਵੀ ਇਹ ਕਿਸ ਤਰ੍ਹਾਂ ਦੇ ਲੋਕ ਨੇ, ਚੰਗਾ ਬਾਰਡਰ ਤੇ ਆ ਗਿਆ ਮੈਂ ਇੱਥੇ ਤੇ ਪੁੱਛਦਾ ਹੀ ਕੋਈ ਨਹੀਂ। ਇਹਨਾਂ ਦੇ ਜਿਹੜੇ ਮਨ ਨੇ ਨਾ ਉਹ ਬੁਝੇ ਪਏ ਨੇ, ਮੈਂ ਉਹਨਾਂ ਨੂੰ ਜਗਾਉਣ ਵਾਸਤੇ ਹੀ ਤਾਂ ਮੈਂ ਇੱਥੇ ਆਇਆ। ਡੇਰਾ ਬਾਬਾ ਨਾਨਕ ਦੇ ਲੋਕਾਂ ਦਾ ਕੀ ਰਵੱਈਆ ਤੁਹਾਡੇ ਇਸ ਕੰਮ ਦੇ ਪ੍ਰਤੀ? ਇਹਨਾਂ ਲੋਕਾਂ ਦਾ ਰਵੱਈਆ ਸਹੀ ਹੈ ਬਿਲਕੁਲ, ਤੇ ਬਾਕੀ ਉਹ ਮਜਬੂਰ ਨੇ ਕਿਉਂਕਿ ਉਹ ਦੁਕਾਨਾਂ ਨਹੀਂ ਛੱਡ ਸਕਦੇ ਕਿ ਆਪਣੇ ਕਾਰੋਬਾਰ ਵਾਲੇ ਨੇ ਉਹ ਮੇਰੇ ਕੋਲ ਤੁਹਾਨੂੰ ਕੋਆਪਰੇਟ ਕਰ ਰਹੇ ਆ, ਕੋਆਪਰੇਟ ਕਰ ਰਹੇ ਨੇ, ਤੁਹਾਡਾ ਮਾਣ ਸਤਿਕਾਰ ਹੋ ਰਿਹਾ, ਮਾਣ ਸਤਿਕਾਰ ਪੂਰਾ ਕਰ ਰਹੇ ਨੇ। ਮੈਨੂੰ ਕਿਸੇ ਗੱਲ ਦੀ ਕੋਈ ਦਿੱਕਤ ਨਹੀਂ, ਮੇਰੇ ਮਾਣ ਇੱਜ਼ਤ ਪੂਰੀ ਹੋ ਰਹੀ ਹੈ, ਕੋਈ ਮੈਨੂੰ ਕਿਸੇ ਗੱਲ ਦੀ ਕਮੀ ਨਹੀਂ, ਪਰ ਉਹਨਾਂ ਦੀਆਂ ਮਜਬੂਰੀਆਂ ਜਿਹੜਾ ਮੇਰੇ ਕੋਲ ਆ ਕੇ ਨਹੀਂ ਪੈ ਸਕਦਾ। ਅੱਜ ਤੁਹਾਡੀ ਮੰਗ ਜਿਹੜੀ ਆ ਇਸ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਪੂਰੀ ਦੁਨੀਆ 'ਚ ਚਲੀ ਜਾਏਗੀ। ਅੱਜ ਤੋਂ ਬਾਅਦ ਤੁਹਾਨੂੰ ਹੋਰ ਲੋਕ ਵੀ ਮਿਲਣਗੇ। ਤੁਸੀਂ ਆਪਣਾ ਫੋਨ ਨੰਬਰ ਦੇਣਾ ਚਾਹੋਗੇ? ਫੋਨ ਨੰਬਰ ਮੇਰਾ ਬੈਨਰ ਦੇ ਉੱਤੇ ਲਿਖੇ ਹੋਏ ਨੇ ਦੋਵੇਂ ਹੀ, 94 174 ਤੇ 52 299, ਇਹ ਮੇਰਾ WhatsApp ਵਾਲਾ। ਦੂਸਰਾ ਜਿਹੜਾ ਮੇਰਾ ਫੋਨ ਨੰਬਰ ਹੈ ਉਹ 95 922 71 463, ਉਹ ਸਿੰਪਲ ਹੈ। ਬਿਲਕੁਲ ਠੀਕ ਹੈ ਜੀ। ਅੱਜ ਤੋਂ ਬਾਅਦ ਇਹ ਲਗਾਤਾਰ ਫੋਨ ਵੱਜਣਗੇ ਕਿਉਂਕਿ ਤੁਸੀਂ ਅੱਛਾ ਇੱਕ ਕੰਮ ਕਰਕੇ ਇੱਕ ਅੱਛਾ ਮਕਸਦ ਲੈ ਕੇ ਇੱਥੇ ਬੈਠੇ ਹੋ। ਬਾਕੀ ਤੁਹਾਨੂੰ ਨਹੀਂ ਲੱਗਦਾ, ਚਲੋ ਮੰਨ ਲਓ ਜੇ ਇੱਕ ਪਾਸਪੋਰਟ ਇੱਕ ਇੰਟਰਨੈਸ਼ਨਲ ਆਇਡੈਂਟੀਟੀ ਹੁੰਦੀ ਆ, $20 ਉਹਨਾਂ ਨੇ ਫੀਸ ਵੀ ਰੱਖੀ ਆ, ਫਿਰ ਵੀ ਇੱਕ ਐਡਾ ਤਗੜਾ ਲਾਂਘਾ ਖੋਲ੍ਹ ਦੇਣਾ ਪਾਕਿਸਤਾਨ ਦਾ ਮੰਨਦੇ ਨਹੀਂ ਵੀ ਬੜਾ ਵੱਡਾ ਦਿਲ ਦਾ ਫੈਸਲਾ ਸੀ? ਇਹ ਬਹੁਤ ਵਧੀਆ ਫੈਸਲਾ ਸੀ। ਇਹ ਤਾਂ ਮੈਂ ਕੁਲਦੀਪ ਸਿੰਘ ਵਡਾਲਾ ਜੀ ਨੂੰ ਦਾ ਧੰਨਵਾਦ ਕਰਨਾ, ਸੌਰਗਵਾਸੀ ਜੀ ਨੂੰ। ਬਿਲਕੁਲ, ਉਹਨਾਂ ਸ਼ੁਰੂਆਤ ਕੀਤੀ ਸੀ ਅਰਦਾਸ ਦੀ ਇੱਥੇ ਸ਼ੁਰੂ ਕੀਤੀ ਸੀ ਤੇ ਉਹਨਾਂ ਨੇ ਇਹ ਲੰਘਾ ਬਣਵਾਇਆ ਅਰਦਾਸ ਕਰਕੇ, ਤੇ ਉਸ ਤਰ੍ਹਾਂ ਮੈਂ ਵੀ ਤੇ ਆਪਣੇ ਸੰਗਤਾਂ ਨੂੰ ਲੈ ਕੇ ਅਰਦਾਸ ਕਰ ਰਿਹਾ ਕਿ ਇਹ ਪਾਸਪੋਰਟ ਦੀ ਸ਼ਰਤ ਖਤਮ ਕੀਤੀ ਜਾਏ ਤੇ ਵੀਜ਼ਾ ਜਿਹੜਾ $20 ਦੀ ਸ਼ਰਤ ਖਤਮ ਕੀਤੀ ਜਾਏ ਤਾਂ ਸਾਰੇ ਦਰਸ਼ਨ ਕਰਕੇ ਆਉਣ, ਦੀਦਾਰ ਕਰਕੇ ਆਉਣ, ਕਿਉਂਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਇੱਕ ਤਰ੍ਹਾਂ ਦਾ ਮੱਕਾ ਹੈ। ਬਿਲਕੁਲ ਜੀ, ਬਿਲਕੁਲ ਸਭ ਦਾ ਸਾਂਝਾ ਜੀ। ਇਹ ਗੁਰੂ ਪਾਤਸ਼ਾਹ ਜੀ ਦਾ ਪਵਿੱਤਰ ਸਥਾਨ ਜਿਹੜਾ ਹੈ ਜਿੱਥੇ ਗੁਰੂ ਸਾਹਿਬ ਜੀ ਨੇ 17 ਸਾਲ ਤੋਂ ਵੱਧ ਸਮਾਂ ਇੱਥੇ ਖੇਤੀ ਕਰਕੇ, ਕਿਰਤ ਕਰਕੇ, ਨਾਮ ਜਪ ਕੇ, ਵੰਡ ਛਕ ਕੇ ਇੱਕ ਖੂਬਸੂਰਤ ਸੰਦੇਸ਼ ਜਿਹੜਾ ਪੂਰੀ ਮਾਨਵਤਾ ਨੂੰ ਦਿੱਤਾ।
ਗੱਲਬਾਤ ਕਰਦੇ ਹਾਂ ਜੀ। ਇਸ ਵਕਤ ਸਾਡੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਡੇਰਾ ਬਾਬਾ ਨਾਨਕ ਦੇ ਮੈਂਬਰ ਜਥੇਦਾਰ ਅਮਰੀਕ ਸਿੰਘ ਜੀ ਸ਼ਾਹਪੁਰ ਗੁਰਾਇਆ ਨੇ, ਜਿਹੜੇ ਕਿ ਬੜੀ ਬੇਬਾਕ ਗੱਲਬਾਤ ਦੇ ਲਈ ਚਰਚਿਤ ਨੇ। ਗੱਲ ਸੱਚੀ ਕਹਿ ਦੇਣੀ ਆ, ਕਿਸੇ ਦੇ ਗਿੱਟੇ ਲੱਗੇ ਜਾਂ ਗੋਡੇ, ਪਰ ਗੱਲ ਜਿਹੜੀ ਆ ਉਹਨਾਂ ਦਾ ਇੱਕ ਨਵੇਕਲਾ ਅੰਦਾਜ਼ ਆ ਗੱਲਬਾਤ ਕਰਨ ਦਾ। ਪਰ ਅੱਜ ਮਾਹੌਲ ਬੜਾ ਵਧੀਆ, ਦੋਵਾਂ ਦੇਸ਼ਾਂ ਦੇ ਵਿੱਚ ਸ਼ਾਂਤੀ ਦੀ ਗੱਲ ਚੱਲ ਰਹੀ ਹੈ, ਸਾਂਝੀਵਾਲਤਾ ਦੇ ਸੰਦੇਸ਼ ਦੀ ਗੱਲ ਚੱਲ ਰਹੀ ਆ। ਤੇ ਇਹ ਜਿਹੜੀ ਬੰਗਲਾਦੇਸ਼ ਭਾਰਤ ਪਾਕਿਸਤਾਨ ਪੀਪਲਸ ਫੋਰਮ ਨੇ ਅੱਜ ਜਿਹੜਾ ਉਪਰਾਲਾ ਕੀਤਾ, ਸ਼ਾਹਪੁਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਉਪਰਾਲੇ ਬਾਰੇ? ਵੇਖੋ, ਜਿਹੜਾ ਇਹ ਭਾਰਤ ਪਾਕ ਬੰਗਲਾਦੇਸ਼ ਫੋਰਮ ਵੱਲੋਂ ਇਹ ਯਤਨ ਆ, ਮੈਂ ਸਮਝਦਾ ਵੀ 75 ਸਾਲ ਤੋਂ ਬਾਅਦ ਇਹ ਜਿਹੜਾ ਯਤਨ ਸ਼ੁਰੂ ਹੋਇਆ, ਇਹਨਾਂ ਦਾ ਧੰਨਵਾਦੀ ਆ। ਤੇ ਆਮ ਸੰਗਤ ਨੂੰ ਕਹਾਂਗਾ ਇਹਨਾਂ ਸਾਥ ਦੇਣ, ਕਿਉਂਕਿ 75 ਸਾਲ ਪਹਿਲਾਂ ਹਿੰਦੁਸਤਾਨ ਦੀ ਸਮੇਂ ਦੀ ਲੀਡਰਸ਼ਿਪ ਨੇ ਸਿਰਫ ਆਪਣੀ ਕੁਰਸੀ ਦੀ ਖਾਤਰ ਦੇਸ਼ ਦੀ ਵੰਡ ਕੀਤੀ, ਤੇ ਉਹਦਾ ਸੰਤਾਪ ਪੰਜਾਬ ਨੂੰ ਭੋਗਣਾ ਪਿਆ। ਦੋਵਾਂ ਪੰਜਾਬਾਂ ਨੂੰ ਹੀ, ਪੰਜਾਬ ਅਣਵੰਡੇ ਪੰਜਾਬ ਨੂੰ 10 ਲੱਖ ਪੰਜਾਬੀਆਂ ਦਾ ਕਤਲ ਹੋਇਆ, 10 ਲੱਖ। ਅੱਜ ਹਿੰਦੁਸਤਾਨ 75ਵੇਂ ਵਰ੍ਹੇਗੰਢ ਮਨਾ ਰਿਹਾ ਹੈ, ਅੰਮ੍ਰਿਤ ਸਮਾਗਮ ਕਰ ਰਿਹਾ, ਪਰ ਮੈਂ ਕਹਿੰਦਾ ਵੀ ਪੰਜਾਬ ਵਾਲਿਆਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦਾ ਸਭ ਕੁਝ ਉਜੜ ਗਿਆ। ਅੱਜ ਸਾਡੇ ਕੋਲ ਉਹ ਸੱਜਣ ਮੌਜੂਦ ਨੇ ਜਿਨ੍ਹਾਂ ਦੇ ਘਰ ਕਾਟ ਉਜੜ ਗਏ ਸੀ, ਤੇ ਕੇਵਲ ਗਲਦੇ ਕੱਪੜਿਆਂ ਵਿੱਚ ਇੱਧਰ ਆਏ ਹੋ। ਤੇ ਦੇਸ਼ ਦੀ ਵੰਡ ਕਿਉਂ ਹੋਈ? ਮਜਬੂਰੀ 'ਚ ਆਪਣੇ ਪਰਿਵਾਰਕ ਮੈਂਬਰ ਆਪ ਕਤਲ ਕਰਨੇ ਪੈ ਗਏ, ਦੋਵਾਂ ਨੂੰ ਹੀ, ਹਿੰਦੂਆਂ ਨੂੰ ਵੀ, ਸਿੱਖਾਂ ਨੂੰ ਵੀ, ਮੁਸਲਮਾਨਾਂ ਨੂੰ ਵੀ। 30,000 ਪੰਜਾਬ ਦੀਆਂ ਔਰਤਾਂ ਦੇ ਧਰਮ ਤਬਦੀਲ ਹੋਏ ਉਸ ਸਮੇਂ, 30,000 ਦੇ। ਇੱਕ ਏਡਾ ਵੱਡਾ ਦੁਖਾਂਤ ਹੈ, ਜਿੱਥੇ ਹਿੰਦੁਸਤਾਨ ਵਾਸਤੇ ਇਹ ਸੁਨਹਿਰੀ ਦਿਨ ਹੋਊਗਾ ਇਤਿਹਾਸ 'ਚ, ਪਰ ਪੰਜਾਬ ਦੇ ਇਤਿਹਾਸ ਵਿੱਚ ਇੱਕ ਕਾਲਾ ਦਿਨ, ਜਿਸ ਦਿਨ ਵੰਡ ਹੋਈ। ਸਾਡੇ ਜਾਨ ਤੋਂ ਪਿਆਰੇ ਗੁਰਧਾਮ ਜਿਹੜੇ ਸੀ, ਕੀ ਲੋੜ ਸੀ ਸਾਨੂੰ ਕਾਰੀਡੋਰ ਮੰਗਣ ਦੀ ਬਈ? ਬਿਲਕੁਲ ਠੀਕ। ਅਰਦਾਸ ਅਸੀਂ ਰੋਜ਼ੇ ਮੰਗ ਕਰਦੇ ਹਾਂ ਵੀ ਜਿਹੜੇ ਖੁੱਲ੍ਹੇ ਦਰਸ਼ਨਦਾਰੇ ਬਖਸ਼ੇ ਜਾਣ, ਪਰ ਇਸ ਗੱਲ ਦਾ ਅਫਸੋਸ ਕਿ ਜਦੋਂ ਇਹ ਕੋਰੀਡੋਰ ਦਾ ਐਲਾਨ ਹੋਇਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਗੱਲ ਕਹੀ ਸੀ ਵੀ ਕਰਤਾਰਪੁਰ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਹੋਣਗੇ, ਤੇ ਬਈ ਫਰਕ ਹੀ ਪਿਆ। ਜਿਹੜੇ ਅਸੀਂ ਅੱਗੇ ਆਉਂਦੇ ਸੀ ਪਾਸਪੋਰਟ ਲੈ ਕੇ ਵਾਹਗਾ ਬਾਰਡਰ ਤੋਂ, ਸਿਰਫ ਰਸਤਾ ਹੀ ਬਦਲਿਆ ਏ, ਨਿਯਮ ਤੇ ਨਹੀਂ ਬਦਲੇ। ਸੋ ਇਸ ਫੋਰਮ ਵੱਲੋਂ ਜਿਹੜੀ ਇਹ ਮੰਗ ਰੱਖੀ ਜਾ ਰਹੀ ਆ ਵੀ ਜਿਹੜਾ ਵੀਜ਼ਾ ਸਿਸਟਮ ਆ, ਜਿਹੜਾ ਪਾਸਪੋਰਟ ਆ, ਉਹਨੂੰ ਖਤਮ ਕੀਤਾ ਜਾਵੇ, ਜਿਹੜੀ ਫੀਸ ਆ ਉਹਨੂੰ ਖਤਮ ਕੀਤਾ ਜਾਵੇ, ਤੇ ਜਿਹੜਾ ਕਿਹਾ ਸੀ ਵੀ ਖੁੱਲ੍ਹੇ ਦਰਸ਼ਨਦਾਰੇ, ਸਾਨੂੰ ਖੁੱਲ੍ਹੇ ਦਰਸ਼ਨਦਾਰੇ ਦਿੱਤੇ ਜਾਣ। ਤੇ ਬਾਬਾ ਨਾਨਕ ਜੇ ਇਹਦਾ ਰਸਤਾ ਖੁੱਲ੍ਹ ਜਾਵੇ, ਮੇਰਾ ਮਨ ਦਾ ਵਿਸ਼ਵਾਸ ਹੈ ਕਿ ਜੇ ਬਰਲਨ ਦੀ ਦੀਵਾਰ ਟੁੱਟ ਸਕਦੀ ਹੈ ਤੇ ਵੀ ਹੱਦਾਂ ਟੁੱਟ ਸਕਦੀਆਂ ਨੇ। ਔਰ ਜੇ ਕਿਤੇ ਹੱਦਾਂ ਟੁੱਟ ਜਾਣ, ਜਿਹੜਾ ਅੱਜ ਦੁਖਾਂਤ ਹਿੰਦੁਸਤਾਨ ਭੋਗ ਰਿਹਾ ਹੈ, ਇਹਦੇ ਤੋਂ ਵੀ ਬੰਦ ਖਲਾਸੀ ਹੋ ਜੇ। ਅੱਜ ਸਾਡੇ ਜਿਹੜੇ ਨੌਜਵਾਨ ਕਸ਼ਮੀਰ ਵਿੱਚ ਸ਼ਹੀਦ ਹੋ ਰਹੇ ਨੇ, ਬਾਰਡਰਾਂ ਹੋਰਨਾਂ ਦੇ ਸ਼ਹੀਦ ਹੋ ਰਹੇ ਨੇ, ਜੇ ਕਿਤੇ ਇਹ ਦੇਸ਼ ਦੀ ਵੰਡ ਨਾ ਹੋਈ ਹੁੰਦੀ, ਇਹ ਦੁਖਾਂਤ ਨਾ ਵਾਪਰਦੇ। ਸੋ ਮੈਂ ਇਹਨਾਂ ਆਏ ਹੋਏ ਸੱਜਣਾਂ ਦਾ ਧੰਨਵਾਦ ਕਰਦਾ, ਜਿਹੜਾ ਇਹਨਾਂ ਨੇ ਇੱਕ ਬੜਾ ਅੱਜ ਮੋਮਬੱਤੀ ਮਾਰਚ ਕੀਤਾ ਹੈ, ਇਹ ਮੰਗ ਕੀਤੀ ਆ, ਤੇ ਮੀਡੀਆ ਰਾਹੀਂ ਇਹ ਮੰਗ ਸਰਕਾਰ ਕੋਲ ਪਹੁੰਚਣੀ ਚਾਹੀਦੀ ਆ, ਤੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਲੜਕੇ ਬੜੀ ਵਾਰੀ ਵੇਖ ਲਿਆ, ਪਾਕਿਸਤਾਨ ਨਾਲ ਕੁਝ ਨਹੀਂ ਨਿਕਲਿਆ, ਤੇ ਗਾਂ ਨਾ ਨਿਕਲਣਾ ਹੈ, ਬਰਬਾਦੀ ਹੋਣੀ ਆ। ਜੇ ਆਪਾਂ ਚਾਹੁੰਦੇ ਹਾਂ, ਜੇ ਯੂਰਪ ਦੇ ਦੇਸ਼ ਸਾਰੇ ਇਕੱਠੇ ਹੋ ਸਕਦੇ ਤੇ ਕਿਉਂ ਨਹੀਂ ਹੋ ਸਕਦੇ? ਪੰਜਾਬ ਦੇ ਲੋਕ ਜਿਨ੍ਹਾਂ ਦੇ ਖੂਨ ਇੱਕ ਆ, DNA ਇੱਕ ਆ, ਜੋ ਇੱਧਰ ਬਰਾਦਰੀ ਸਾਡੀਆਂ ਨੇ ਜਾਤਾਂ ਗੋਤਾਂ, ਉਹ ਪਾਕਿਸਤਾਨ ਵਿੱਚ ਨੇ, ਤੇ ਪਰ ਉਹ ਕੁਰਸੀ ਨੇ ਵੰਡ ਦਿੱਤਾ। ਲੋਕ ਨਹੀਂ ਚਾਹੁੰਦੇ, ਨਾ ਪਾਕਿਸਤਾਨ ਦੇ ਚਾਹੁੰਦੇ ਸੀ, ਨਾ ਹਿੰਦੁਸਤਾਨ ਦੇ ਚਾਹੁੰਦੇ ਨੇ। ਇਹ ਜਿਹੜੇ ਸਾਡੇ ਸਿਆਸੀ ਆਗੂ ਸੀ, ਇਹ ਉਹਨਾਂ ਦੀ ਮਿਹਰਬਾਨੀ। 75 ਸਾਲ ਬਾਅਦ ਇਹ ਜਿਹੜਾ ਨਵੇਕਲਾ ਇਹਨਾਂ ਨੇ ਕਾਰਜ ਕੀਤਾ, ਇਹਨਾਂ ਦਾ ਧੰਨਵਾਦ। ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਸਤਿਗੁਰ ਕਿਰਪਾ ਕਰਨ, ਇਹਨਾਂ ਦੀ ਜਿਹੜੀ ਅਰਦਾਸ ਆ ਪੂਰੀ ਹੋਵੇ, ਤਾਂ ਕਿ ਭਾਰਤ ਪਾਕਿਸਤਾਨ ਤੇ ਬੰਗਲਾਦੇਸ਼ ਫੇਰ ਪਹਿਲਾਂ ਵਾਂਗੂ ਇੱਕ ਹੋ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੈਰ ਪਾ ਹਕੂਮਤਾਂ ਨੂੰ ਜਿੱਤ ਹੋਵੇ ਪਿਆਰ ਦੀ, ਟੁੱਟ ਜਾਣ ਤਾਰਾਂ ਮੰਗ ਪੂਰੀ ਹੋਵੇ ਨਾਰ ਦੀ। ਖੈਰ ਪਾ ਹਕੂਮਤਾਂ ਨੂੰ ਜਿੱਤ ਹੋਵੇ ਪਿਆਰ ਦੀ, ਟੁੱਟ ਜਾਣ ਤਾਰਾਂ ਮੰਗ ਪੂਰੀ ਹੋਵੇ ਨਾਰ ਦੀ। ਆਖਦਾ ਏ ਰਾਹੀ ਓਯੋ ਹਾਲ ਜਾਣੇ ਤੁਰਦਾ, ਖੁੱਲ ਜਾਣਾ ਏ ਜੀ ਲਾਂਗਾ, ਖੁੱਲ ਕੇ ਆਏ ਜੀ ਲਾਂਗਾ।
ਇਹਨਾਂ ਦੇਸ਼ਾਂ ਦੀਆਂ ਵੀਜ਼ਾ ਸ਼ਰਤਾਂ ਖਤਮ ਕਰਕੇ ਸਾਨੂੰ ਖੁੱਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਦੀ ਇਜਾਜ਼ਤ ਦਿਓ। इजाजत दो, इजाजत दो। ਬਾਬੇ ਨਾਨਕ ਦੇ ਖੇਤਾਂ ਨੂੰ ਪ੍ਰਣਾਮ ਹੈ, प्रणाम है, प्रणाम है। ਬਾਬੇ ਨਾਨਕ ਦੇ ਖੇਤਾਂ ਵਿੱਚ ਵੰਡੀਆਂ ਪਾਉਣ ਵਾਲੇ ਮੁਰਦਾਬਾਦ, मुर्दाबाद, मुर्दाबाद, ਬਾਬੇ ਨਾਨਕ ਦੀਆਂ ਸੰਗਤਾਂ ਵਿੱਚ ਨਫ਼ਰਤ ਫੈਲਾਉਣ ਵਾਲੇ ਮੁਰਦਾਬਾਦ। मुर्दाबाद। ਬਾਬੇ ਨਾਨਕ ਦੇ ਖੇਤਾਂ ਨੂੰ ਪ੍ਰਣਾਮ ਹੈ, ਬਾਬੇ ਨਾਨਕ ਦੀ ਸੰਗਤ ਵੱਲੋਂ ਬਾਬੇ ਨਾਨਕ ਦੇ ਖੇਤਾਂ ਨੂੰ ਪ੍ਰਣਾਮ ਹੈ। ਸੱਚੇ ਸਾਂਝੀ ਵਾਲ ਸਦਾਇਨ ਉਹਦੀ ਵਾਈਟ ਵੱਖਰੀ ਕਰ ਲਓ ਨਾ ਫਿਰ। ਲੈ ਕੇ ਚੱਲਣਾ ਵਾ ਨਾ। ਮੈਂ ਤਾਂ ਸੱਚੀ ਗੱਲ ਕਰਦਾ, ਮੈਂ ਥੋੜਾ ਚਲੋ ਬਾਕੀ ਤੁਹਾਨੂੰ ਸ਼ੇਰ ਬਾਅਦ ਵਿੱਚ। ਹੋਵੇ ਪਿਆਰ ਦੀ ਟੁੱਟ ਜਾਣ ਤਾਰਾਂ ਮੰਗ ਪੂਰੀ ਹੋਵੇ ਨਾ।